ਅਗਰ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਹੋਵੇ ਪਲੀਜ਼ ਇਸ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕੀ ਹੋਵੇਗਾ। ਖੈਰ, ਕੁਝ ਐਸੇ ਤਰ੍ਹਾਂ ਦਾ ਹੀ ਹੋ ਰਿਹਾ ਹੈ। ਦੁਨੀਆ ਦੀਆਂ ਦੋ ਸਭ ਤੋਂ ਵੱਡੀਆਂ ਆਰਥਿਕ ਤਾਕਤਾਂ ਯੂਰਪੀਅਨ ਯੂਨੀਅਨ ਅਤੇ ਭਾਰਤ ਵਿਚਕਾਰ ਇੱਕ ਇਤਿਹਾਸਿਕ ਸਮਝੌਤਾ ਹੋਇਆ ਹੈ ਅਤੇ ਇਹ ਸਭ ਕੁਝ ਬਦਲਣ ਵਾਲਾ ਹੈ। ਇਸ ਸਭ ਦੇ ਕੇਂਦਰ ਵਿੱਚ ਇੱਕ ਨੰਬਰ ਹੈ 95%। ਇਹ ਇੱਕ ਬਹੁਤ ਵੱਡਾ ਅੰਕੜਾ ਹੈ ਨਾ। ਇਸ ਦਾ ਮਤਲਬ ਇਹ ਹੈ ਕਿ ਜਲਦੀ ਹੀ ਯੂਰਪੀਅਨ ਯੂਨੀਅਨ ਅਤੇ ਭਾਰਤ ਵਿਚਕਾਰ ਵਪਾਰ ਹੋਣ ਵਾਲੀਆਂ ਲਗਭਗ ਸਾਰੀਆਂ ਚੀਜ਼ਾਂ ਤੇ ਕੋਈ ਟੈਰਿਫ ਜਾਂ ਵਾਧੂ ਫੀਸ ਨਹੀਂ ਲੱਗੇਗੀ। ਇਹ ਸੱਚਮੁੱਚ ਵਪਾਰ ਦੇ ਇੱਕ ਬਿਲਕੁਲ ਨਵੇਂ ਦੌਰ ਦੀ ਸ਼ੁਰੂਆਤ ਹੈ। ਤਾਂ ਆਖਿਰ ਇਹ ਵੱਡਾ ਬਦਲਾਅ ਹੈ ਕਿ ਇਹ ਹੈ ਯੂਰਪੀ ਸੰਘ ਭਾਰਤ ਮੁਕਤ ਵਪਾਰ ਸਮਝੌਤਾ ਯਾਨੀ ਕਿ FTA, ਜਿਸ ਤੇ ਜਨਵਰੀ 2026 ਵਿੱਚ ਆਖਰੀ ਮੋਹਰ ਲੱਗੀ। ਪਰ ਇਹ ਸਿਰਫ ਇੱਕ ਦਸਤਾਵੇਜ਼ ਨਹੀਂ ਹੈ, ਇਹ ਗਲੋਬਲ ਇਕਨੋਮੀ ਲਈ ਇੱਕ ਬਹੁਤ ਵੱਡਾ ਮੀਲ ਪੱਥਰ ਹੈ। ਜੇ ਇਸ ਨੂੰ ਬਿਲਕੁਲ ਸੌਖੇ ਸ਼ਬਦਾਂ ਵਿੱਚ ਸਮਝਣਾ ਹੋਵੇ ਤਾਂ ਇਹ ਸਮਝੌਤਾ ਤਿੰਨ ਮੁੱਖ ਗੱਲਾਂ ਕਰਦਾ ਹੈ। ਵਪਾਰ ਦੀਆਂ ਕੰਧਾਂ ਨੂੰ ਟਾਉਂਦਾ ਹੈ, ਕਾਰੋਬਾਰਾਂ ਦੇ ਨਵੇਂ ਦਰਵਾਜ਼ੇ ਖੋਲ੍ਹਦਾ ਹੈ ਅਤੇ ਦੋਵਾਂ ਵਿਚਕਾਰ ਇੱਕ ਮਜ਼ਬੂਤ ਪੁਲ ਬਣਾਉਂਦਾ ਹੈ। ਮਤਲਬ ਵਪਾਰ ਵਿੱਚ ਰੁਕਾਵਟਾਂ ਘੱਟ, ਦੋਵਾਂ ਪਾਸਿਆਂ ਦੇ ਬਾਜ਼ਾਰਾਂ ਤੱਕ ਪਹੁੰਚ ਜ਼ਿਆਦਾ ਅਤੇ ਇੱਕ ਹੋਰ ਵੀ ਮਜ਼ਬੂਤ ਰਣਨੀਤਿਕ ਪਾਈ ਵਾਲੀ। ਪਰ ਇੱਥੇ ਇੱਕ ਗੱਲ ਸੋਚਣ ਵਾਲੀ ਹੈ, ਜੇ ਇਹ ਡੀਲ ਇੰਨੀ ਹੀ ਚੰਗੀ ਸੀ ਤਾਂ ਇਸ ਨੂੰ ਸਿਰੇ ਚੜਾਉਣ ਵਿੱਚ ਲਗਭਗ 2 ਦਹਾਕੇ ਕਿਉਂ ਲੱਗ ਗਏ? ਸੱਚ ਤਾਂ ਇਹ ਹੈ ਕਿ ਇਸ ਸਮਝੌਤੇ ਤੱਕ ਪਹੁੰਚਣ ਦਾ ਸਫ਼ਰ ਬਹੁਤ ਲੰਬਾ ਅਤੇ ਉਲਝਣਾ ਭਰਿਆ ਰਿਹਾ ਅਤੇ ਇਹ ਵੀ ਇਸ ਕਹਾਣੀ ਦਾ ਇੱਕ ਅਹਿਮ ਹਿੱਸਾ ਹੈ। ਆਓ ਇਸ ਸਫ਼ਰ ਤੇ ਇੱਕ ਨਜ਼ਰ ਮਾਰੀਏ। ਕਹਾਣੀ 2007 ਵਿੱਚ ਸ਼ੁਰੂ ਹੁੰਦੀ ਹੈ ਜਦੋਂ ਗੱਲਬਾਤ ਸ਼ੁਰੂ ਹੋਈ, ਪਰ ਫਿਰ 6 ਸਾਲ ਬਾਅਦ 2013 ਵਿੱਚ ਗੱਲਬਾਤ ਤੇ ਬ੍ਰੇਕ ਲੱਗ ਗਈ। ਸਭ ਕੁਝ ਰੁਕ ਗਿਆ। ਫਿਰ ਲਗਭਗ ਇੱਕ ਦਹਾਕੇ ਤੱਕ ਚੁੱਪੀ ਛਾਈ ਰਹੀ। ਪਰ 2022 ਵਿੱਚ ਦੁਨੀਆ ਬਦਲ ਰਹੀ ਸੀ ਅਤੇ ਇਸ ਬਦਲਦੇ ਮਾਹੌਲ ਨੇ ਦੋਵਾਂ ਧਿਰਾਂ ਨੂੰ ਵਾਪਸ ਮੇਜ਼ ਤੇ ਲਿਆਂਦਾ ਅਤੇ ਆਖਿਰਕਾਰ 2026 ਵਿੱਚ ਇਹ ਇਤਿਹਾਸਿਕ ਸਮਝੌਤਾ ਹੋਇਆ। ਤਾਂ 2013 ਵਿੱਚ ਗੱਲ ਕਿੱਥੇ ਅਟਕੀ? ਖੈਰ, ਮੁੱਖ ਤੌਰ ਤੇ 3 ਵੱਡੇ ਮੁੱਦੇ ਸਨ। ਪਹਿਲਾ, ਟੈਰਿਫ ਯਾਨੀ ਬਾਹਰੋਂ ਆਉਣ ਵਾਲੇ ਸਮਾਨ ਤੇ ਟੈਕਸ। ਇਸ ਤੇ ਦੋਵੇਂ ਸਹਿਮਤ ਨਹੀਂ ਸਨ। ਦੂਸਰਾ, ਬੌਧਿਕ ਸੰਪત્ਤੀ, ਜਿਵੇਂ ਕਿ ਨਵੀਆਂ ਕਾਢਾਂ ਜਾਂ ਬ੍ਰਾਂਡਾਂ ਦੇ ਅਧਿਕਾਰਾਂ ਦੀ ਸੁਰੱਖਿਆ ਕਿਵੇਂ ਕੀਤੀ ਜਾਵੇ। ਅਤੇ ਤੀਜਾ, ਕੁਝ ਖਾਸ ਸੈਕਟਰਾਂ ਨੂੰ ਵਿਦੇਸ਼ੀ ਕੰਪਨੀਆਂ ਲਈ ਕਿੰਨਾ ਖੋਲ੍ਹਿਆ ਜਾਵੇ, ਇਸ ਤੇ ਵੀ ਗੱਲ ਨਹੀਂ ਬਣ ਰਹੀ ਸੀ। ਚਲੋ, ਤਾਂ ਇਹ ਅੜਕੇ ਤਾਂ ਦੂਰ ਹੋ ਗਏ। ਪਰ ਹੁਣ ਸਵਾਲ ਇਹ ਹੈ ਕਿ ਇਸ ਸਮਝੌਤੇ ਦੇ ਅੰਦਰ ਹੈ ਕੀ? ਅਸਲ ਵਿੱਚ ਜ਼ਮੀਨੀ ਪੱਧਰ ਤੇ ਕਾਰੋਬਾਰਾਂ ਅਤੇ ਆਮ ਲੋਕਾਂ ਲਈ ਕੀ ਬਦਲਣ ਵਾਲਾ ਹੈ? ਆਓ ਇਸ ਦੀ ਪੜਤਾਲ ਕਰੀਏ। ਇਸ ਦੇ ਅਸਰ ਨੂੰ ਸਮਝਣ ਲਈ ਇੱਕ ਸ਼ਾਨਦਾਰ ਉਦਾਹਰਣ ਲੈਂਦੇ ਹਾਂ, ਗੱਡੀਆਂ ਦੀ। ਹੁਣ ਤੱਕ ਯੂਰਪ ਤੋਂ ਆਉਣ ਵਾਲੀਆਂ ਕਾਰਾਂ ਤੇ 100% ਤੋਂ ਵੀ ਵੱਧ ਟੈਕਸ ਲੱਗਦਾ ਸੀ, ਪਰ ਇਸ ਡੀਲ ਤੋਂ ਬਾਅਦ ਇਹ ਘਟ ਕੇ ਸਿਰਫ 10% ਦੇ ਆਸ-ਪਾਸ ਰਹਿ ਜਾਵੇਗਾ। ਇਹ ਕੋਈ ਛੋਟਾ-ਮੋਟਾ ਬਦਲਾਵ ਨਹੀਂ, ਇਹ ਤਾਂ ਬਾਜ਼ਾਰ ਵਿੱਚ ਭੂਚਾਲ ਲਿਆਉਣ ਵਾਲੀ ਗੱਲ ਹੈ। ਅਤੇ ਇਹ ਵੀ ਸਾਫ਼ ਕਰ ਦਈਏ ਕਿ ਇਹ ਕੋਈ ਇੱਕ ਪਾਸੜ ਫਾਇਦਾ ਨਹੀਂ ਹੈ। ਇਹ ਡੀਲ ਦੋਵਾਂ ਲਈ ਫਾਇਦੇਮੰਦ ਹੈ। ਯੂਰਪੀ ਸੰਘ ਨੂੰ ਆਪਣੀ ਹਾਈ-ਟੈਕ ਮਸ਼ੀਨਰੀ ਅਤੇ ਕੈਮੀਕਲ ਵੇਚਣ ਲਈ ਇੱਕ ਵੱਡਾ ਬਾਜ਼ਾਰ ਮਿਲੇਗਾ। ਦੂਜੇ ਪਾਸੇ ਭਾਰਤ ਦੇ ਮਸ਼ਹੂਰ ਟੈਕਸਟਾਈਲ, ਚਮੜੇ ਦੇ ਉਤਪਾਦ ਅਤੇ ਗਹਿਣਿਆਂ ਨੂੰ ਹੁਣ ਯੂਰਪੀ ਬਾਜ਼ਾਰਾਂ ਵਿੱਚ ਬਿਨਾਂ ਕਿਸੇ ਖਾਸ ਡਿਊਟੀ ਦੇ ਵੇਚਿਆ ਜਾ ਸਕੇਗਾ। ਪਰ ਗੱਲ ਸਿਰਫ ਸਮਾਨ ਦੀ ਨਹੀਂ ਹੈ ਜਿਸ ਨੂੰ ਇੱਕ ਥਾਂ ਤੋਂ ਦੂਜੀ ਥਾਂ ਭੇਜਿਆ ਜਾ ਸਕਦਾ ਹੈ। ਇਹ ਸਮਝੌਤਾ ਸੇਵਾਵਾਂ ਲਈ ਵੀ ਇੱਕ ਵੱਡਾ ਕਦਮ ਹੈ, ਜਿਵੇਂ ਕਿ IT, ਬੈਂਕਿੰਗ ਅਤੇ ਫਾਈਨੈਂਸ। ਅਤੇ ਹੋਰ ਤਾਂ ਹੋਰ ਇੱਕ ਆਧੁਨਿਕ ਸੌਦਾ ਹੈ। ਇਸ ਵਿੱਚ ਵਾਤਾਵਰਣ ਦੀ ਸੁਰੱਖਿਆ ਅਤੇ ਕਾਮਿਆਂ ਦੇ ਹੱਕਾਂ ਵਰਗੇ 21ਵੀਂ ਸਦੀ ਦੇ ਅਹਿਮ ਮੁੱਦਿਆਂ ਤੇ ਵੀ ਜ਼ੋਰ ਦਿੱਤਾ ਗਿਆ ਹੈ। ਠੀਕ ਹੈ, ਤਾਂ ਆਰਥਿਕ ਪੱਖ ਤਾਂ ਕਾਫੀ ਦਿਲਚਸਪ ਹੈ, ਪਰ ਇਸ ਸੌਦੇ ਦੀ ਅਸਲ ਅਹਿਮੀਅਤ ਸਿਰਫ ਪੈਸਿਆਂ ਤੱਕ ਸੀਮਤ ਨਹੀਂ ਹੈ। ਇਸ ਦਾ ਇੱਕ ਵੱਡਾ ਭੂ-ਰਾਜਨੀਤਿਕ ਪੱਖ ਵੀ ਹੈ। ਤਾਂ ਆਓ ਹੁਣ ਵੱਡੀ ਤਸਵੀਰ ਤੇ ਨਜ਼ਰ ਮਾਰੀਏ ਅਤੇ ਦੇਖੀਏ ਕਿ ਗਲੋਬਲ ਪੱਧਰ ਤੇ ਇਸ ਦੇ ਕੀ ਮਾਇਨੇ ਹਨ। ਇੱਥੇ ਸਭ ਤੋਂ ਵੱਡਾ ਸਵਾਲ ਇਹ ਉੱਠਦਾ ਹੈ ਕਿ ਇਹ ਸਾਰੀ ਕਵਾਇਦ ਸਿਰਫ ਪੈਸੇ ਕਮਾਉਣ ਲਈ ਹੈ? ਜਵਾਬ ਹੈ, ਬਿਲਕੁਲ ਨਹੀਂ। ਪੈਸੇ ਤੋਂ ਕਿਤੇ ਵੱਧ ਇਹ ਸਮਝੌਤਾ ਰਣਨੀਤੀ ਬਾਰੇ ਹੈ। ਇਸ ਨੂੰ ਇਸ ਤਰ੍ਹਾਂ ਦੇਖਿਆ ਜਾ ਰਿਹਾ ਹੈ, ਵੱਧ ਰਹੇ ਗਲੋਬਲ ਪ੍ਰੋਟੈਕਸ਼ਨਿਜ਼ਮ ਦਾ ਇੱਕ ਰਣਨੀਤਿਕ ਜਵਾਬ। ਮਤਲਬ ਅਜਿਹੇ ਸਮੇਂ ਵਿੱਚ ਜਦੋਂ ਕਈ ਦੇਸ਼ ਆਪਣੇ ਦਰਵਾਜ਼ੇ ਬੰਦ ਕਰ ਰਹੇ ਹਨ ਅਤੇ ਵਪਾਰ ਤੇ ਪਾਬੰਦੀਆਂ ਲਗਾ ਰਹੇ ਹਨ, ਇਹ ਸਮਝੌਤਾ ਖੁੱਲ੍ਹੇ ਵਪਾਰ, ਸਹਿਯੋਗ ਅਤੇ ਲੋਕਤੰਤਰੀ ਕਦਰਾਂ ਕੀਮਤਾਂ ਦੇ ਹੱਕ ਵਿੱਚ ਇੱਕ ਜ਼ੋਰਦਾਰ ਆਵਾਜ਼ ਹੈ। ਤਾਂ ਆਖਿਰਕਾਰ ਦੋਵਾਂ ਨੂੰ ਰਣਨੀਤਿਕ ਤੌਰ ਤੇ ਕੀ ਮਿਲਦਾ ਹੈ? ਇਹ ਇੱਕ ਵਿਨ-ਵਿਨ ਸਥਿਤੀ ਹੈ। ਯੂਰਪੀਅਨ ਯੂਨੀਅਨ ਲਈ ਇਸ ਦਾ ਮਤਲਬ ਹੈ ਇੱਕ ਵਧੇਰੇ ਭਰੋਸੇਮੰਦ ਸਪਲਾਈ ਚੇਨ ਜੋ ਗਲੋਬਲ ਉਤਰਾਅ-ਚੜਾਅ ਤੋਂ ਘੱਟ ਪ੍ਰਭਾਵਿਤ ਹੋਵੇਗੀ, ਅਤੇ ਭਾਰਤ ਲਈ ਇਹ ਆਪਣੇ ਵਪਾਰ ਨੂੰ ਵੱਖ-ਵੱਖ ਦੇਸ਼ਾਂ ਨਾਲ ਫੈਲਾਉਣ ਦਾ ਇੱਕ ਮੌਕਾ ਹੈ ਤਾਂ ਜੋ ਕਿਸੇ ਇੱਕ ਦੇਸ਼ ਤੇ ਨਿਰਭਰਤਾ ਘੱਟ ਹੋ ਸਕੇ। ਠੀਕ ਹੈ, ਤਾਂ ਸਮਝੌਤੇ ਤੇ ਦਸਤਖਤ ਹੋ ਗਏ ਹਨ, ਸਿਆਹੀ ਸੁੱਕ ਗਈ ਹੈ, ਪਰ ਕੀ ਕੰਮ ਇੱਥੇ ਹੀ ਖਤਮ ਹੋ ਗਿਆ? ਨਹੀਂ, ਬਿਲਕੁਲ ਨਹੀਂ। ਹੁਣ ਅੱਗੇ ਕੀ ਹੋਣ ਵਾਲਾ ਹੈ ਅਤੇ ਇਸ ਸਮਝੌਤੇ ਨੂੰ ਪੂਰੀ ਤਰ੍ਹਾਂ ਲਾਗੂ ਹੋਣ ਵਿੱਚ ਹਲੇ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ?
ਦੇਖੋ, ਇਹ ਕੋਈ ਬਿਜਲੀ ਦਾ ਬਟਨ ਨਹੀਂ ਹੈ ਜਿਸ ਨੂੰ ਦਬਾਉਂਦਿਆਂ ਹੀ ਸਭ ਕੁਝ ਸ਼ੁਰੂ ਹੋ ਜਾਵੇਗਾ। ਇਸ ਨੂੰ ਲਾਗੂ ਹੋਣ ਵਿੱਚ ਕਈ ਸਾਲ ਲੱਗਣਗੇ। ਸਭ ਤੋਂ ਪਹਿਲਾਂ ਤਾਂ ਯੂਰੋਪੀਅਨ ਸੰਸਦ ਅਤੇ ਭਾਰਤ ਸਰਕਾਰ ਦੋਵਾਂ ਨੂੰ ਇਸ ਨੂੰ ਪਾਸ ਕਰਨਾ ਪਏਗਾ। ਇੱਕ ਵਾਰ ਕਾਨੂੰਨੀ ਮਨਜ਼ੂਰੀ ਮਿਲ ਗਈ, ਫਿਰ ਟੈਰਿਫ ਵਿੱਚ ਕਟੌਤੀ ਹੌਲੀ-ਹੌਲੀ ਕਈ ਪੜਾਵਾਂ ਵਿੱਚ ਕੀਤੀ ਜਾਵੇਗੀ। ਇਸ ਨਾਲ ਉਦਯੋਗਾਂ ਨੂੰ ਨਵੇਂ ਮਾਹੌਲ ਵਿੱਚ ਢਲਣ ਦਾ ਸਮਾਂ ਮਿਲ ਜਾਵੇਗਾ। ਪਰ ਸਾਨੂੰ ਸਿੱਕੇ ਦਾ ਦੂਜਾ ਪਾਸਾ ਵੀ ਦੇਖਣਾ ਚਾਹੀਦਾ ਹੈ। ਅੱਗੇ ਕੁਝ ਚੁਣੌਤੀਆਂ ਵੀ ਹਨ। ਮਿਸਾਲ ਵਜੋਂ ਭਾਰਤ ਵਿੱਚ ਖੇਤੀਬਾੜੀ ਵਰਗੇ ਕੁਝ ਖੇਤਰਾਂ ਨੂੰ ਵਧੇ ਹੋਏ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਇਹ ਯਕੀਨੀ ਬਣਾਉਣਾ ਕਿ ਦੋਵੇਂ ਧਿਰਾਂ ਵਾਤਾਵਰਣ ਅਤੇ ਮਜ਼ਦੂਰਾਂ ਦੇ ਹੱਕਾਂ ਵਰਗੇ ਨਵੇਂ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ, ਇਹ ਆਪਣੇ ਆਪ ਵਿੱਚ ਇੱਕ ਵੱਡਾ ਕੰਮ ਹੋਵੇਗਾ। ਤਾਂ ਅੰਤ ਵਿੱਚ ਅਸੀਂ ਇਸ ਸਵਾਲ ਤੇ ਆ ਪਹੁੰਚਦੇ ਹਾਂ ਕਿ ਇਹ ਸਮਝੌਤਾ ਗਲੋਬਲ ਵਪਾਰ ਲਈ ਇੱਕ ਨਵਾਂ ਰਾਹ ਤਿਆਰ ਕਰੇਗਾ ਜਾਂ ਫਿਰ ਇਹ ਇੱਕ ਵੱਡਾ ਸੁਪਨਾ ਹੈ ਜਿਸ ਨੂੰ ਜ਼ਮੀਨੀ ਹਕੀਕਤਾਂ ਨਾਲ ਜੂਝਣਾ ਪਵੇਗਾ। ਖੈਰ, ਇਸ ਦਾ ਜਵਾਬ ਤਾਂ ਆਉਣ ਵਾਲਾ ਸਮਾਂ ਹੀ ਦੇਵੇਗਾ। ਅਗਰ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਹੋਵੇ, ਪਲੀਜ਼ ਇਸ ਵੀਡੀਓ ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ ਜ਼ਰੂਰ ਕਰਿਓ।